ਇੱਕ ਵਿਦਵਾਨ ਦੇ ਬੋਲ ਨੇ। ਉਹ ਕਹਿੰਦਾ ਤੂੰ ਬੋਲ ਮੈਂ ਵੇਖਾਂ। ਭਾਵ ਮਨੁੱਖ ਦੀ ਅਸਲ ਤਸਵੀਰ ਮਨੁੱਖ ਦਾ ਸੁਭਾਅ ਹੈ। ਮਨੁੱਖ ਦੇ ਸੁਭਾਅ ਤੋਂ, ਮਨੁੱਖ ਦੇ ਕਰਮ ਤੋਂ ਮਨੁੱਖ ਦੀ ਅਸਲ ਤਸਵੀਰ ਸਾਹਮਣੇ ਆਉਂਦੀ ਹੈ ਵੀ ਅਸਲ ਵਿੱਚ ਇਹ ਹੈ ਕੀ। ਵੈਸੇ ਵਿਦਵਾਨ ਕਹਿੰਦੇ ਨੇ ਮਨੁੱਖ ਦੇ ਕਈ ਚਿਹਰੇ ਹਨ, ਮਨੁੱਖ ਦੇ ਕਈ ਰੂਪ ਨੇ। ਮਨੁੱਖ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਕਈ ਰੂਪ ਧਾਰਨ ਕਰਦਾ ਹੈ। ਮਨੁੱਖ ਦੇ ਕਈ ਚਿਹਰੇ ਨੇ। ਅਸਲ ਵਿੱਚ ਇਹ ਸੱਚ ਵੀ ਹੈ ਕਿ ਮਨੁੱਖ ਦਾ ਸੁਭਾਅ ਕੁਝ ਇਵੇਂ ਦਾ ਆ ਵੀ ਮਨੁੱਖ ਜੋ ਹੈ ਉਹ ਇਹ ਦਿਖਣਾ ਨਹੀਂ ਚਾਹੁੰਦਾ। ਜੋ ਦਿਖਣਾ ਚਾਹੁੰਦਾ ਉਹ ਇਹ ਹੈ ਨਹੀਂ। ਗੱਲ ਨੂੰ ਥੋੜਾ ਧਿਆਨ ਦੇ ਕੇ ਸਮਝਣ ਦਾ ਯਤਨ ਕਰਨਾ। ਮਨੁੱਖ ਜੋ ਹੈ ਉਹ ਇਹ ਦਿਖਣਾ ਨਹੀਂ ਚਾਹੁੰਦਾ, ਜੋ ਦਿਖਣਾ ਚਾਹੁੰਦਾ ਉਹ ਇਹ ਹੈ ਨਹੀਂ। ਜਿਸ ਤਰ੍ਹਾਂ ਸਮਾਜ ਦੇ ਅੰਦਰ ਅਸੀਂ ਦੇਖਦੇ ਹਾਂ, ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਨੇ ਜਿਹੜੇ ਅਮੀਰ ਦਿਖਣਾ ਚਾਹੁੰਦੇ ਹੈ ਪਰ ਅਮੀਰ ਹੈ ਨਹੀਂ। ਅਮੀਰ ਬਣਨਾ ਕਠਿਨ ਹੈ, ਔਖਾ ਹੈ, ਸਮਾਂ ਲੱਗੇਗਾ, ਮਿਹਨਤ ਕਰਨੀ ਪਏਗੀ। ਪਰ ਬੰਦਾ ਸੋਚਦਾ ਹੈ ਕਿ ਜੇ ਅਮੀਰ ਬਣਨਾ ਔਖਾ ਹੈ ਤੇ ਅਮੀਰ ਦਿਖਣਾ ਥੋੜੀ ਔਖਾ ਹੈ। ਅਮੀਰ ਤੇ ਦਿਖਿਆ ਹੀ ਜਾ ਸਕਦਾ ਨਾ। ਤੇ ਬਾਜ਼ਾਰ ਦੇ ਅੰਦਰ ਐਸਾ ਬਹੁਤ ਕੁਝ ਮੌਜੂਦ ਹੈ ਜਿਹਨੂੰ ਧਾਰਨ ਕਰਕੇ ਮਨੁੱਖ ਅਮੀਰ ਦਿਖ ਤੇ ਸਕਦਾ ਹੈ ਨਾ। ਬਹੁਤ ਕੁਝ ਪਰੋਸ ਦਿੱਤਾ ਗਿਆ ਹੈ ਕਿਉਂਕਿ ਮਨੁੱਖ ਦਾ ਸੁਭਾਅ ਹੈ। ਮਨੁੱਖ ਅਮੀਰ ਦਿਖਣਾ ਚਾਹੁੰਦਾ ਹੈ, ਭਾਵੇਂ ਮਨ ਕਰਕੇ ਸੋਹਣਾ ਨਹੀਂ ਵੀ ਹੈ, ਪਰ ਮਨੁੱਖ ਚਾਹੁੰਦਾ ਹੈ ਵੀ ਸਰੀਰ ਕਰਕੇ ਤੇ ਮੈਂ ਸੋਹਣਾ ਬਣ ਸਕਦਾ ਨਾ, ਦੁਨੀਆ ਨੂੰ ਤੇ ਮੈਂ ਸੋਹਣਾ ਲੱਗ ਸਕਦਾ ਨਾ, ਦੁਨੀਆ ਨੂੰ ਤੇ ਮੈਂ ਅਮੀਰ ਨਜ਼ਰ ਆ ਸਕਦਾ ਨਾ। ਮਨੁੱਖ ਦੀ ਫਿਤਰਤ ਹੈ, ਮਨੁੱਖ ਦਾ ਸੁਭਾਅ ਹੈ। ਮਨੁੱਖ ਜੋ ਨਹੀਂ ਹੈ ਉਹ ਦਿਖਣਾ ਚਾਹੁੰਦਾ, ਜੋ ਦਿਖਣਾ ਚਾਹੁੰਦਾ ਉਹ ਹੈ ਨਹੀਂ। ਔਰ ਬਾਜ਼ਾਰ ਦੇ ਅੰਦਰ ਬਹੁਤ ਕੁਝ ਐਸਾ ਹੈ, ਅਮੀਰਾਂ ਵਾਲੇ ਕੱਪੜੇ ਪਾ ਕੇ ਮਨੁੱਖ ਅਮੀਰ ਦਿਖਣਾ ਚਾਹੁੰਦਾ ਹੈ। ਸਰੀਰ ਤੇ ਨਕਲੀ ਗਹਿਣੇ ਧਾਰਨ ਕਰਕੇ ਮਨੁੱਖ ਜਿਹੜਾ ਉਹ ਅਮੀਰ ਦਿਖਣਾ ਚਾਹੁੰਦਾ ਹੈ। ਇਹ ਖਾਲੀ ਸਮਾਜ ਦੇ ਅੰਦਰ ਹੀ ਨਹੀਂ, ਧਰਮ ਦੀ ਦੁਨੀਆ ਦੇ ਅੰਦਰ ਵੀ ਇਸ ਤਰ੍ਹਾਂ ਹੁੰਦਾ ਹੈ। ਬਾਬਾ ਫਰੀਦ ਜੀ ਕਹਿੰਦੇ ਨੇ ਧਰਮ ਦੀ ਦੁਨੀਆ 'ਚ ਵੀ ਇਸ ਤਰ੍ਹਾਂ ਹੁੰਦਾ ਹੈ। ਮਨੁੱਖ ਧਰਮੀ ਹੈ ਨਹੀਂ, ਪਰ ਧਰਮੀ ਦਿਖਣਾ ਚਾਹੁੰਦਾ ਹੈ। ਧਰਮੀ ਬਣਨ ਵਾਸਤੇ ਸਾਧਨਾ ਕਰਨੀ ਪਏਗੀ, ਅਭਿਆਸ ਕਰਨਾ ਪਏਗਾ, ਆਪਣੇ ਆਪ ਨੂੰ ਮਾੜੇ ਬੰਨਿਓ ਰੋਕਣਾ ਪਏਗਾ, ਚੰਗਾ ਸੁਣਨਾ ਪਏਗਾ, ਚੰਗੀ ਸਿੱਖਿਆ ਗ੍ਰਹਿਣ ਕਰਨੀ ਪਏਗੀ, ਸੱਚ ਦੇ ਰਸਤੇ ਤੇ ਤੁਰਨਾ ਪਏਗਾ, ਬੋਲ ਤੇ ਤੋਲ ਪੂਰਾ ਰੱਖਣਾ ਪਏਗਾ, ਮਿਲਾਵਟਖੋਰੀ ਤੇ ਰਿਸ਼ਵਤਖੋਰੀ ਤੋਂ ਤੋਬਾ ਕਰਨੀ ਪਏਗੀ। ਮਨੁੱਖਾਂ ਦਾ ਇਹ ਔਖਾ ਹੈ। ਧਰਮੀ ਬਣਨਾ ਨਹੀਂ ਚਾਹੁੰਦਾ ਮਨੁੱਖ, ਪਰ ਮਨੁੱਖ ਚਾਹੁੰਦਾ ਹੈ ਵੀ ਧਰਮੀ ਦਿਖਿਆ ਤੇ ਜਾ ਸਕਦਾ ਹੈ ਨਾ। ਕਿਉਂਕਿ ਧਰਮ ਦੀ ਦੁਨੀਆ ਦੇ ਅੰਦਰ ਜਿਹੜੇ ਲੋਕ ਰੱਬੀ ਰੰਗ ਵਿੱਚ ਰੰਗੇ ਹੋਏ, ਰੱਬੀ ਰੂਹਾਂ, ਜਿਨ੍ਹਾਂ ਨੇ ਮਨੁੱਖਤਾ ਦੀ ਖਾਤਰ ਵੱਡੀਆਂ ਕਾਲਣਾਵਾਂ ਘਾਲੀਆਂ, ਆਪਣੀਆਂ ਸਹੂਲਤਾਂ ਨੂੰ ਤਿਆਗਦੇ ਹੋਏ, ਸੰਸਾਰਕ ਸੁੱਖਾਂ ਨੂੰ ਤਿਆਗਦੇ ਹੋਏ, ਜਿਨ੍ਹਾਂ ਨੇ ਹਰ ਕਸ਼ਟ ਮਨੁੱਖਤਾ ਦੀ ਖਾਤਰ ਆਪਣੇ ਸਰੀਰ ਤੇ ਝੱਲਿਆ, ਤੇ ਧਰਮ ਦੀ ਦੁਨੀਆ 'ਚ ਉਹਨਾਂ ਦਾ ਸਤਿਕਾਰ ਹੈ। ਜਿਨ੍ਹਾਂ ਨੇ ਮਨੁੱਖਤਾ ਦੇ ਹੱਕ ਵਿੱਚ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ, ਜਿਹੜੇ ਹੱਕ ਸੱਚ ਲਈ ਲੜੇ ਨੇ, ਧਰਮ ਦੀ ਦੁਨੀਆ 'ਚ ਉਹਨਾਂ ਦਾ ਸਤਿਕਾਰ ਹੈ। ਐਸੇ ਰੱਬੀ ਰੰਗ ਵਿੱਚ ਰੰਗੀਆਂ ਹੋਈਆਂ ਰੂਹਾਂ ਮਨੁੱਖ ਐਸਾ ਬਣ ਤੇ ਨਹੀਂ ਸਕਦਾ, ਹੱਕ ਸੱਚ ਲਈ ਖੜ ਤੇ ਸਕਦਾ ਨਹੀਂ। ਮਨੁੱਖ ਸੋਚਦਾ ਵੀ ਮੇਰੇ ਲਈ ਤੇ ਔਖਾ ਹੈ, ਧਰਮੀ ਬਣਨਾ ਔਖਾ ਹੈ, ਪਰ ਧਾਰਮਿਕ ਦਿਖਿਆ ਤੇ ਜਾ ਸਕਦਾ ਹੈ ਨਾ।
ਬਾਹਰੀ ਪਹਿਰਾਵਾ ਤੇ ਧਾਰਨ ਕਰਨਾ ਕਰਕੇ ਬਾਹਰੀ ਪਹਿਰਾਵਾ ਤੇ ਧਾਰਨ ਕੀਤਾ ਜਾ ਸਕਦਾ ਹੈ ਨਾ। ਮਨੁੱਖ ਧਰਮੀ ਬਣਨਾ ਨਹੀਂ ਚਾਹੁੰਦਾ, ਧਰਮੀ ਦਿਖਣਾ ਚਾਹੁੰਦਾ ਹੈ। ਅਸੀਂ ਪਾਵਨ ਬਾਣੀ ਦੇ ਬੋਲ ਪੜ੍ਹਦੇ ਹਾਂ। ਗੁਰੂ ਮਹਾਰਾਜ ਕਹਿੰਦੇ ਨੇ, ਗੱਲੀ ਅਸੀਂ ਚੰਗੀਆਂ। ਗੱਲਾਂ ਨਾਲ ਅਸੀਂ ਚੰਗਾ ਬਣਨ ਦਾ ਯਤਨ ਕਰਦੇ ਹਾਂ, ਧਰਮੀ ਬਣਨ ਦਾ ਯਤਨ ਕਰਦੇ ਹਾਂ, ਆਪਣੇ ਆਪ ਨੂੰ ਚੰਗਾ ਪੇਸ਼ ਕਰਦੇ ਹਾਂ ਦੁਨੀਆ ਦੇ ਸਾਹਮਣੇ ਕਿ ਅਸੀਂ ਚੰਗੇ ਹਾਂ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ। ਸਾਡਾ ਆਚਰਣ ਚੰਗਾ ਨਹੀਂ। ਗੱਲਾਂ ਕਰਕੇ ਅਸੀਂ ਚੰਗਾ ਬਣਨ ਦਾ ਯਤਨ ਕਰਦੇ ਹਾਂ, ਪਰ ਸਾਡਾ ਆਚਰਣ ਚੰਗਾ ਨਹੀਂ, ਸਾਡਾ ਕਰਮ ਪਵਿੱਤਰ ਨਹੀਂ। ਆਚਾਰੀ ਬੁਰੀਆਂ, ਆਚਰਣ ਬੁਰਾ ਹੈ, ਕਰਮ ਬੁਰਾ ਹੈ। ਮਨੋਂ ਕਸੁੱਧਾਂ ਕਾਲੀਆਂ, ਮਨ ਅੰਦਰ ਮੈਲ ਹੈ, ਮਨੋਂ ਕਾਲੇ ਹੈ, ਬਾਹਰ ਚਿਟਵੀਆਂ। ਬਾਹਰੋਂ ਆਪਣੇ ਆਪ ਨੂੰ ਚੰਗਾ ਪੇਸ਼ ਕਰਦੇ ਹਾਂ, ਧਰਮੀ ਪੇਸ਼ ਕਰਦੇ ਹਾਂ, ਅਸੀਂ ਤੇ ਬੜੇ ਚੰਗੇ ਹਾਂ। ਬਾਬਾ ਫਰੀਦ ਜੀ ਕਹਿੰਦੇ ਨੇ, ਕਹਿੰਦੇ ਫਰੀਦਾ ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜਵਾਤ। ਬਾਹਰ ਦਿਸੇ ਚਾਨਣਾ, ਦਿਲ ਅੰਧਿਆਰੀ ਰਾਤ। ਕੰਨ ਮੁਸੱਲਾ, ਮੁਸੱਲੇ ਦਾ ਅਰਥ ਹੈ ਮੁਸਲਮਾਨ ਵੀਰ ਨਮਾਜ਼ ਪੜ੍ਹਨ ਵੇਲੇ ਜੋ ਕੱਪੜਾ ਜ਼ਮੀਨ ਤੇ ਵਿਛਾਉਂਦੇ ਨੇ ਨਮਾਜ਼ ਪੜ੍ਹਨ ਲਈ, ਉਹਨੂੰ ਮੁਸੱਲਾ ਕਿਹਾ ਜਾਂਦਾ ਹੈ। ਕੀ ਦੇਖਿਆ ਬਾਬਾ ਫਰੀਦ ਜੀ ਨੇ? ਮੋਢੇ ਤੇ ਮੁਸੱਲਾ ਰੱਖਿਆ ਹੋਇਆ ਹੈ, ਕੰਨ ਮੁਸੱਲਾ, ਜਿਹਦਾ ਅਰਥ ਇਹ ਹੈ ਵੀ ਬੰਦਾ ਨਮਾਜ਼ੀ ਹੈ, ਰੱਬੀ ਦਰਵੇਸ਼ ਹੈ, ਰੱਬੀ ਰੰਗ ਵਿੱਚ ਰੰਗਿਆ ਹੋਇਆ, ਵੇਖਣ ਨੂੰ ਇਉਂ ਲੱਗਦਾ ਹੈ। ਨਮਾਜ਼ੀ ਨਹੀਂ, 5 ਵਕਤ ਦਾ ਨਮਾਜ਼ੀ ਹੈ। ਤੇ 5 ਵਕਤ ਦੇ ਨਮਾਜ਼ੀ ਦਾ ਮਤਲਬ, ਨਮਾਜ਼ ਪੜ੍ਹਨ ਦਾ ਮਤਲਬ ਹੈ ਰੱਬੀ ਇਬਾਦਤ ਵਿੱਚ ਜੁੜਨਾ, ਰੱਬੀ ਯਾਦ ਵਿੱਚ, ਰੱਬੀ ਸਿਮਰਨ ਵਿੱਚ ਜੁੜਨਾ। ਭਾਵ ਇਹ 5 ਵਕਤ ਰੱਬ ਨਾਲ ਗੱਲ ਕਰਦਾ ਹੈ। ਦਿਨ ਵਿੱਚ 5 ਵਾਰ ਰੱਬ ਨਾਲ ਗੱਲ ਕਰਨ ਵਾਲਾ ਮੋਢੇ ਤੇ ਮੁਸੱਲਾ ਤੇ ਇਹੋ ਬਿਆਨ ਕਰ ਰਿਹਾ ਹੈ, ਕੰਨ ਮੁਸੱਲਾ ਔਰ ਸੂਫ ਗਲ। ਗਲ ਵਿੱਚ ਧਰਮੀਆਂ ਵਾਲਾ ਲਿਬਾਸ, ਸੂਫੀਆਂ ਵਾਲਾ ਲਿਬਾਸ, ਜਿਹੜਾ ਇਹ ਸਾਬਤ ਕਰਦਾ ਹੈ ਬੰਦਾ ਧਰਮੀ ਹੈ। ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ। ਬਾਹਰੋਂ ਵੇਖਣ ਨੂੰ ਧਰਮੀ ਨਜ਼ਰ ਆਉਂਦਾ ਹੈ, ਰੱਬੀ ਦਰਵੇਸ਼ ਨਜ਼ਰ ਆਉਂਦਾ ਹੈ। ਬਾਬਾ ਫਰੀਦ ਜੀ ਕਹਿੰਦੇ ਨੇ, ਦਿਲ ਕਾਤੀ, ਅੰਦਰ ਕੈਂਚੀ ਲਈ ਫਿਰਦਾ ਹੈ, ਅੰਦਰੋਂ ਬੇਈਮਾਨ ਹੈ, ਅਧਰਮੀ ਹੈ, ਅੰਦਰ ਝੂਠ ਹੈ, ਅੰਦਰੋਂ ਵਿਕਾਰੀ ਹੈ। ਦਿਲ ਕਾਤੀ ਗੁੜਵਾਤ, ਮੂੰਹ ਤੋਂ ਧਰਮ ਦੀਆਂ ਗੱਲਾਂ ਵੀ ਕਰਦਾ ਹੈ, ਮੂੰਹ ਤੋਂ ਬੜਾ ਮਿੱਠਾ ਹੈ, ਔਰ ਅੰਦਰੋਂ ਸਾਰੀ ਜ਼ਹਿਰ ਲਈ ਫਿਰਦਾ ਹੈ, ਅੰਦਰੋਂ ਵਿਕਾਰੀ ਹੈ, ਬੇਈਮਾਨ ਹੈ, ਠੱਗ ਹੈ। ਦਿਲ ਕਾਤੀ ਗੁੜਵਾਤ, ਕਹਿੰਦੇ ਬਾਹਰ ਦਿਸੇ ਚਾਨਣਾ। ਬਾਹਰੋਂ ਧਰਮੀ ਨਜ਼ਰ ਆਉਂਦਾ ਹੈ, ਕਹਿੰਦੇ ਦਿਲ ਅੰਧਿਆਰੀ ਰਾਤ। ਬਾਹਰ ਦਿਸੇ ਚਾਨਣਾ, ਬਾਹਰ ਚਾਨਣੀ ਚਾਨਣ, ਔਰ ਦਿਲ ਅੰਧਿਆਰੀ ਰਾਤ। ਜੋ ਹੈ ਉਹ ਦਿਖਣਾ ਨਹੀਂ ਚਾਹੁੰਦਾ, ਤੇ ਜੋ ਦਿਖ ਰਿਹਾ ਉਹ ਹੈ ਨਹੀਂ। ਬਾਹਰ ਦਿਸੇ ਚਾਨਣਾ, ਬਾਹਰੋਂ ਧਰਮੀ ਨਜ਼ਰ ਆਉਂਦਾ ਹੈ, ਪਰ ਦਿਲ ਅੰਧਿਆਰੀ ਰਾਤ, ਅੰਦਰ ਹਨੇਰਾ ਹੈ, ਅੰਦਰੋਂ ਧਰਮੀ ਨਹੀਂ। ਬਾਬਾ ਕਬੀਰ ਜੀ ਵੀ ਕਹਿੰਦੇ ਨੇ, ਕਹਿੰਦੇ ਕਬੀਰ ਵੈਸ਼ਨੂੰ ਹੁਆ ਤੋ ਕਿਆ ਭਇਆ, ਮਾਲਾ ਮੇਲੀ 4, ਬਾਹਰ ਕੰਚਨ 12, ਭੀਤਰ ਭਰੀ ਭੰਗਾਰ। ਕਹਿੰਦੇ ਕੀ ਹੋਇਆ ਜੇ ਬਾਹਰੋਂ ਧਰਮੀਆਂ ਵਾਲਾ ਲਿਬਾਸ ਪਾ ਲਿਆ, ਮਾਲਾ ਜਿਹੜੀਆਂ ਉਹ ਧਾਰਨ ਕਰ ਲਈਆਂ, ਮਾਲਾ ਮੇਲੀ 4,
ਦੋਹਰੀਆਂ ਚੌਰੀਆਂ ਮਾਲਾਂ ਧਾਰਨ ਕਰ ਲਈਆਂ। ਬਾਹਰ ਕੰਚਨ ਵਾਰਾਂ, ਭਾਵ 12 ਵਾਰ ਸੋਧਿਆ ਹੋਇਆ, ਜਿਸ ਤਰ੍ਹਾਂ ਸੋਨਾ ਚਮਕਦਾ ਹੈ, ਬਾਹਰੋਂ ਇਉਂ ਲੱਗਦਾ ਹੈ ਵੀ ਧਰਮੀ ਇਹ ਹੈ, ਬਾਹਰੋਂ ਧਰਮੀ ਨਜ਼ਰ ਆਉਂਦਾ। ਬਾਹਰ ਕੰਚਨ ਵਾਰਾਂ, ਸ਼ੁੱਧ ਸੋਨੇ ਵਰਗਾ ਨਜ਼ਰ ਆਉਂਦਾ ਬਾਹਰੋਂ, ਪਰ ਭੀਤਰ ਭਰੀ ਪੁੰਗਾਰ, ਅੰਦਰੋਂ ਸਾਰੀ ਸਵਾਹ ਆ। ਬਾਹਰ ਗਿਆਨ, ਧਿਆਨ, ਇਸ਼ਨਾਨ, ਬਾਹਰੋਂ ਗਿਆਨ ਦੀਆਂ ਗੱਲਾਂ ਵੀ ਕਰਦਾ ਹੈ, ਸਮਾਧੀਆਂ ਵੀ ਲਾਉਂਦਾ ਹੈ, ਤੀਰਥਾਂ ਤੇ ਇਸ਼ਨਾਨ ਵੀ ਕਰਦਾ ਹੈ। ਬਾਹਰ ਗਿਆਨ, ਧਿਆਨ, ਇਸ਼ਨਾਨ, ਅੰਤਰ ਵਿਆਪੈ ਲੋਭ ਸਵਾਨ, ਅੰਦਰ ਲੋਭ ਦਾ ਕੁੱਤਾ ਭੌਂਕਦਾ ਹੈ, ਵਿਕਾਰੀ ਹੈ ਅੰਦਰੋਂ। ਮਨੁੱਖ ਜੋ ਹੈ ਉਹ ਦਿਖਣਾ ਨਹੀਂ ਚਾਹੁੰਦਾ, ਜੋ ਦਿਖਣਾ ਚਾਹੁੰਦਾ ਉਹ ਇਹ ਹੈ ਨਹੀਂ। ਇਹ ਧਰਮੀ ਬਣਨਾ ਨਹੀਂ ਚਾਹੁੰਦਾ, ਧਰਮੀ ਦਿਖਣਾ ਚਾਹੁੰਦਾ ਹੈ। ਗੁਰੂ ਮਹਾਰਾਜ ਰਹਿਮਤ ਕਰਨ, ਬਖਸ਼ਿਸ਼ ਕਰਨ, ਸਾਡੀ ਜ਼ਿੰਦਗੀ ਬਦਲੇ, ਅਸੀਂ ਗੁਰੂ ਸਾਹਿਬ ਵੱਲੋਂ ਬਖਸ਼ੇ ਹੋਏ ਜੀਵਨ ਜਾਚ ਦੇ ਖਜ਼ਾਨੇ ਦੇ ਨਾਲ ਜੁੜ ਕੇ ਧਰਮੀ ਬਣ ਸਕੀਏ, ਧਰਮ ਨੂੰ ਜੀ ਸਕੀਏ, ਕਮਾ ਸਕੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।